ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਤੇ ਪਵਿੱਤਰ ਸ਼ਲੋਕਾਂ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਾਤੀ ਪ੍ਰਣਾਲੀ ਦਾ ਖੰਡਨ ਕਰਦੇ ਨੇ ਅਤੇ ਬ੍ਰਹਮ ਬੂੰਦ ਦੇ ਗਿਆਨ ਦੀ ਗੱਲ ਕਰਦੇ ਨੇ। ਸਾਧ ਸੰਗਤ ਜੀ, ਜਦੋਂ ਸਾਨੂੰ ਇੱਕ ਬੂੰਦ ਵੀ ਉਸ ਪ੍ਰਮਾਤਮਾ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਸਾਡੇ ਮਨ ਦੇ ਵਿੱਚ ਜੋ ਅਨੇਕਾਂ ਜਨਮਾਂ ਦਾ ਅਗਿਆਨਤਾ ਦਾ ਹਨੇਰਾ ਆ ਉਹ ਦੂਰ ਹੁੰਦਾ ਹੈ। ਅਤੇ ਅੱਜ ਦੇ ਪਾਵਨ ਤੇ ਪਵਿੱਤਰ ਸ਼ਲੋਕਾਂ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਇਹ ਜੋ ਜਾਤ ਪਾਤ ਆ ਇਹ ਸੰਸਾਰ ਨੇ ਬਣਾਈ, ਪ੍ਰਮਾਤਮਾ ਨੇ ਨਹੀਂ ਜੇ ਬਣਾਈ। ਉਸ ਪ੍ਰਮਾਤਮਾ ਨੇ ਕੁਦਰਤ ਦੇ ਵਿੱਚ ਹਰ ਜੀਵ ਨੂੰ ਬਰਾਬਰ ਪੈਦਾ ਕੀਤਾ ਹੈ। ਇਹ ਵੱਖਰੀ ਗੱਲ ਹੈ ਸਾਧ ਸੰਗਤ ਜੀ ਕਿ ਮੌਸਮ ਦੇ ਕਰਕੇ, ਭੂਗੋਲਿਕ ਕਾਰਨਾਂ ਕਰਕੇ ਇਲਾਕੇ ਦੇ ਵਿੱਚ ਜੋ ਪੌਣ ਪਾਣੀ ਹੈ ਉਹ ਅਲੱਗ-ਅਲੱਗ ਹੋਣ ਕਰਕੇ ਕਿਤੇ ਸਰਦੀ ਜ਼ਿਆਦਾ, ਕਿਤੇ ਗਰਮੀ ਜ਼ਿਆਦਾ। ਸਾਧ ਸੰਗਤ ਜੀ, ਕਿਤੋਂ ਦਾ ਖਾਣ ਪੀਣ ਅਲੱਗ ਹੈ। ਇਸ ਕਰਕੇ ਜੋ ਸਾਡੇ ਸਰੀਰ ਨੇ ਕਈ ਥਾਵਾਂ ਤੇ ਰੰਗ ਗੋਰਾ ਹੈ, ਕਈ ਥਾਵਾਂ ਤੇ ਰੰਗ ਕਾਲਾ ਹੈ, ਕਈ ਥਾਵਾਂ ਦੇ ਉੱਪਰ ਸਾਧ ਸੰਗਤ ਜੀ ਜੋ ਸਰੀਰ ਹੈ ਉਹ ਵੱਡਾ ਹੈ, ਕਈ ਥਾਵਾਂ ਤੇ ਛੋਟਾ ਹੈ। ਪਰ ਉਹ ਪਰਮ ਪਿਤਾ ਪ੍ਰਮਾਤਮਾ ਨੇ ਸਭ ਨੂੰ ਬਰਾਬਰ ਪੈਦਾ ਕੀਤਾ ਹੈ। ਉਹੀ ਦੋ ਅੱਖਾਂ ਨੇ ਸਾਧ ਸੰਗਤ ਜੀ, ਉਹੀ ਦੋ ਹੱਥ ਨੇ, ਹਰ ਕਿਸੇ ਨੂੰ ਦਿਮਾਗ ਦਿੱਤਾ ਹੈ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਵਿਚਰਨ ਲਈ। ਰਵਿਦਾਸ ਲੋਰੈ ਜਿਸ ਬੂੰਦ ਕੋ, ਸੋ ਬੂੰਦ ਸਮੁੰਦ ਸਮਾਨ, ਅੰਤਰ ਖੋਜੈ ਕੋ ਮਿਲੈ, ਬ੍ਰਹਮ ਬੂੰਦ ਕੋ ਗਿਆਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਹੇ ਜੀਵ, ਜਿਸ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਬੂੰਦ ਲਈ ਤੂੰ ਖੋਜ ਰਿਹਾ ਆ, ਉਹ ਪ੍ਰਮਾਤਮਾ ਦੇ ਨਾਮ ਦੀ ਇੱਕ ਬੂੰਦ ਸਮੁੰਦਰ ਦੇ ਬਰਾਬਰ ਹੈ। ਜਿਸ ਗਿਆਨ ਦੀ ਤੂੰ ਖੋਜ ਕਰ ਰਿਹਾ ਆ ਨਾ ਸਾਧ ਸੰਗਤ ਜੀ, ਅਗਰ ਉਸ ਗਿਆਨ ਦੀ ਇੱਕ ਬੂੰਦ ਵੀ ਮਿਲ ਜਾਵੇ ਤਾਂ ਉਹ ਸਾਗਰ ਵਰਗੀ ਹੈ। ਉਸ ਪ੍ਰਮਾਤਮਾ ਦੇ ਗਿਆਨ ਦੀ, ਅਧਿਆਤਮਿਕ ਗਿਆਨ ਦੀ, ਜਿਸ ਦਾ ਕੋਈ ਥਾਂ ਨਹੀਂ ਹੈ। ਆਪਣੇ ਅੰਦਰ ਪ੍ਰਭੂ ਦੀ ਖੋਜ ਕਰ, ਫਿਰ ਤੈਨੂੰ ਇਹ ਜੋ ਬ੍ਰਹਮ ਬੂੰਦ ਹੈ ਉਹ ਪ੍ਰਾਪਤ ਹੋਵੇਗੀ, ਆਨੰਦਮਈ ਅਵਸਥਾ ਪ੍ਰਾਪਤ ਹੋਵੇਗੀ। ਰਵਿਦਾਸ ਲੋਰੈ ਜਿਸ ਬੂੰਦ ਕੋ, ਸੋ ਬੂੰਦ ਸਮੁੰਦ ਸਮਾਨ, ਅੰਤਰ ਖੋਜੇ ਕੋ ਮਿਲੈ, ਬ੍ਰਹਮ ਬੂੰਦ ਕੋ ਗਿਆਨ। ਕਿ ਭਾਈ ਆਪਣਾ ਆਪਾ ਖੋਜਣ ਦੇ ਨਾਲੋਂ ਜੋ ਗਿਆਨ ਹੈ ਨਾ ਸਾਧ ਸੰਗਤ ਜੀ, ਜਿਸ ਦੇ ਪਿੱਛੇ ਜਤੀ ਤਪੀ ਸੰਨਿਆਸੀ ਵੱਡੇ ਵੱਡੇ ਦੇਵੀ ਦੇਵਤਾ ਵੀ ਉਸ ਗਿਆਨ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ, ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹ ਆਪਣੀ ਅੰਦਰੋਂ ਹੀ ਪ੍ਰਾਪਤ ਹੁੰਦੀ ਹੈ। ਏਕ ਬੂੰਦ ਸੋ ਬੁਝ ਗਈ, ਜਨਮ ਜਨਮ ਕੀ ਪਿਆਸ, ਜਨਮ ਮਰਨ ਬੰਧਨ ਟੂਟਈ, ਪੈ ਰਵਿਦਾਸ ਖਲਾਸ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਬ੍ਰਹਮ ਆਨੰਦ ਰੂਪੀ ਅੰਮ੍ਰਿਤ ਦੀ ਇੱਕ ਬੂੰਦ ਨਾਲ ਹੀ ਜੋ ਜੀਵ ਦੇ ਜਨਮਾਂ ਜਨਮਾਂਤਰਾਂ ਦਾ ਹਨੇਰਾ ਹੈ ਨਾ ਸਾਧ ਸੰਗਤ ਜੀ, ਉਹ ਦੂਰ ਹੁੰਦਾ ਹੈ। ਜੋ ਅਨੇਕਾਂ ਜਨਮਾਂ ਦੀ ਪਿਆਸ ਹੈ ਗਿਆਨ ਦੀ, ਉਹ ਦੂਰ ਹੁੰਦੀ ਹੈ। ਏਕ ਬੂੰਦ ਸੋ ਬੁਝ ਗਈ, ਜਨਮ ਜਨਮ ਕੀ ਪਿਆਸ, ਜਨਮ ਮਰਨ ਬੰਧਨ ਟੂਟੇ, ਪੈ ਰਵਿਦਾਸ ਖਲਾਸ। ਬਹੁਤ ਜਨਮ ਵਿਚਰੇ ਤੇ ਮਾਧੋਇ ਜਨਮ ਤੁਮਾਰਾ ਲੇਖੈ, ਕਹਿ ਰਵਿਦਾਸ ਆਸ ਲਗ ਜੀਵੋ ਚਿਰਪਿਓ ਦਰਸ਼ਨ ਦੇਖੈ। ਕਿ ਭਾਈ ਜਦੋਂ ਗੁਰੂ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਜਦੋਂ ਅਸੀਂ ਆਪਣੇ ਅੰਦਰੋਂ ਸੱਚ ਦੀ ਖੋਜ ਕਰਦੇ ਹਾਂ, ਜੇਕਰ ਸਾਨੂੰ ਇੱਕ ਬੂੰਦ ਵੀ ਉਸ ਗਿਆਨ ਦੀ ਮਿਲ ਜਾਂਦੀ ਹੈ ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜੋ ਜਨਮ ਮਰਨ ਰੂਪੀ ਬੰਧਨ ਨੇ ਉਹ ਕੱਟੇ ਜਾਂਦੇ ਨੇ। ਅੰਮ੍ਰਿਤ ਰਸ ਇੱਕ ਬੂੰਦ ਕੋ, ਤਲਫਤ ਹੋ ਦਿਨ ਰੈਨ, ਰਵਿਦਾਸ ਅੰਮ੍ਰਿਤ ਰਸ ਬਿਨ ਪੀਏ, ਜੀਰਾ ਨਾ ਪਾਵੈ ਚੈਨ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਪ੍ਰਭੂ ਦੇ ਬ੍ਰਹਮ ਆਨੰਦ ਰੂਪੀ ਅੰਮ੍ਰਿਤ ਦੇ ਜੇਕਰ ਸਾਨੂੰ ਇੱਕ ਬੂੰਦ ਵੀ ਮਿਲ ਜਾਵੇ ਨਾ ਉਸ ਅੰਮ੍ਰਿਤ ਦੀ, ਤਾਂ ਸਾਧ ਸੰਗਤ ਜੀ ਜੋ ਜਨਮ ਹੈ ਉਹ ਸਫਲ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਇੱਕ ਬੂੰਦ ਲਈ ਮੇਰਾ ਜੋ ਮਨ ਆ ਉਹ ਵਿਆਕੁਲ ਰਹਿੰਦਾ ਹੈ। ਅੰਮ੍ਰਿਤ ਰਸ ਇੱਕ ਬੂੰਦ ਕੋ, ਤਲਫਤ ਹੋ ਦਿਨ ਰਾਤ, ਦਿਨ ਰਾਤੀ ਮੈਂ ਉਸੇ ਗਿਆਨ ਦੀ ਪ੍ਰਾਪਤੀ ਕਰਨਾ ਚਾਹੁੰਦਾ ਹਾਂ। ਰਵਿਦਾਸ ਅੰਮ੍ਰਿਤ ਬਿਨ ਪੀਏ, ਜੀਰਾ ਨਾ ਆਵੇ ਚੈਨ। ਤੇ ਭਾਈ ਜਦੋਂ ਤੱਕ ਮੈਂ ਅੰਮ੍ਰਿਤ ਰਸ ਦੀ ਬੂੰਦ ਮੈਨੂੰ ਪ੍ਰਾਪਤ ਨਹੀਂ ਹੁੰਦੀ, ਮੇਰੇ ਮਨ ਨੂੰ ਸੁੱਖ ਨਹੀਂ ਜੀ ਮਿਲਦਾ।
ਭਾਵ ਮੇਰਾ ਜੋ ਮਨ ਆ ਉਹ ਬੇਚੈਨ ਰਹਿੰਦਾ ਹੈ। ਤੇ ਉਹ ਬੂੰਦ ਮਿਲਦੀ ਕਿਵੇਂ ਸਾਧ ਸੰਗਤ ਜੀ? ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਸੱਚੇ ਗੁਰੂ ਦੇ ਗਿਆਨ ਤੋਂ। ਸਾਡਾ ਗੁਰੂ ਪੂਰਾ ਹੋਵੇ ਤੇ ਜੋ ਗੁਰੂ ਨੇ ਸਾਨੂੰ ਮਾਰਗ ਦੱਸਿਆ ਹੈ, ਜਦੋਂ ਉਸ ਮਾਰਗ ਤੇ ਚੱਲਦੇ ਆ, ਆਪਣੇ ਅੰਦਰੋਂ ਸੱਚ ਦੀ ਖੋਜ ਕਰਦੇ ਆ, ਗੁਰਮੰਤਰ ਦੀ ਕਮਾਈ ਕਰਦੇ ਆ, ਹੱਥਾਂ ਨਾਲ ਕਿਰਤ ਕਮਾਈਆਂ ਕਰਦੇ, ਇਮਾਨਦਾਰੀ ਦੀ ਰੋਟੀ ਕਮਾ ਕੇ, ਤਾਂ ਸਤਿਗੁਰੂ ਜੀ ਫਰਮਾਉਂਦੇ ਨੇ, ਜੋ ਬ੍ਰਹਮ ਗਿਆਨ ਦੀ ਇੱਕ ਬੂੰਦ ਹੈ ਨਾ ਸਾਧ ਸੰਗਤ ਜੀ, ਜੇ ਕਿਤੇ ਸਾਨੂੰ ਉਹ ਬੂੰਦ ਵੀ ਮਿਲ ਜਾਵੇ ਤਾਂ ਸਾਡੇ ਜਨਮਾਂ ਜਨਮਾਂਤਰਾਂ ਦਾ ਜੋ ਹਨੇਰਾ ਆ ਨਾ ਅਗਿਆਨਤਾ ਦਾ, ਉਹ ਦੂਰ ਹੋ ਜਾਂਦਾ ਹੈ। ਏਕੇ ਮਾਟੀ ਕੇ ਸਭ ਪਾਂਡੇ, ਏਕੋ ਸਿਰਜਨਹਾਰਾ, ਰਵਿਦਾਸ ਵਿਆਪੈ ਏਕੋ ਕਟ, ਪੀਤਰ ਏਕੈ ਕੜੈ ਕੁਮਾਰਾ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਜਿਵੇਂ ਇੱਕ ਘੁਮਿਆਰ ਇੱਕੀ ਮਿੱਟੀ ਤੋਂ, ਇੱਕ ਮਿੱਟੀ ਤੋਂ ਅਨੇਕਾਂ ਪ੍ਰਕਾਰ ਦੇ ਬਰਤਨ ਤਿਆਰ ਕਰਦਾ ਆ, ਇਸੇ ਤਰ੍ਹਾਂ ਸੰਸਾਰ ਦੇ ਸਭ ਜੀਵ ਸਾਧ ਸੰਗਤ ਜੀ ਇੱਕ ਹੀ ਮਿੱਟੀ ਤੋਂ ਬਣੇ ਨੇ। ਭਾਵ ਜਿਹੜੇ ਪੰਜ ਤੱਤ ਨੇ, ਹਵਾ, ਪਾਣੀ, ਧਰਤੀ, ਅੱਗ ਅਤੇ ਆਕਾਸ਼, ਉਸ ਇੱਕ ਪਰਮਪਿਤਾ ਪ੍ਰਮਾਤਮਾ ਨੇ ਇਸ ਜੀਵ ਦੀ ਰਚਨਾ ਕੀਤੀ ਹੈ ਤੇ ਹਰ ਜੀਵ ਦੇ ਵਿੱਚ ਉਹ ਪਰਮਪਿਤਾ ਪ੍ਰਮਾਤਮਾ ਬੈਠਾ ਆ। ਸਭ ਜੀਵਾਂ ਨੂੰ ਬਣਾਉਣ ਵਾਲਾ ਇੱਕ ਹੀ ਪ੍ਰਮਾਤਮਾ ਹੈ। ਇਸ ਲਈ ਸਾਧ ਸੰਗਤ ਜੀ ਜੋ ਸੰਸਾਰ ਦੇ ਸਾਰੇ ਜੀਵ ਨੇ ਨਾ, ਉਹ ਬਰਾਬਰ ਨੇ, ਕੋਈ ਵੱਡਾ ਨਹੀਂ ਹੈ, ਕੋਈ ਛੋਟਾ ਨਹੀਂ ਹੈ। ਇਹ ਨਹੀਂ ਹੈ ਕੋਈ ਜਾਤ ਵੱਡੀ ਹੈ, ਜੋ ਜਾਤਾਂ ਪਾਤਾਂ ਨੇ ਇਹ ਸਭ ਸੰਸਾਰ ਦੇ ਚਲਾਕ ਲੋਕਾਂ ਨੇ ਬਣਾਈ ਨੇ ਸਾਧ ਸੰਗਤ ਜੀ। ਤੇ ਐਸੇ ਚਲਾਕ ਲੋਕ ਜਿਸ ਸਮੇਂ ਸਾਧ ਸੰਗਤ ਜੀ ਜਾਤਾਂ ਪਾਤਾਂ ਬਣਾਈਆਂ ਨੇ, ਤੇ ਸ਼ੂਦਰ ਕਿਸ ਨੂੰ ਬਣਾਇਆ ਗਿਆ? ਜੋ ਕਿਰਤੀ ਵਰਗ ਸੀ, ਜੋ ਹੱਥਾਂ ਨਾਲ ਕਮਾਈਆਂ ਕਰਦਾ ਸੀ। ਚਮੜੇ ਦਾ ਕੰਮ ਕਰਨ ਵਾਲਾ ਸਾਧ ਸੰਗਤ ਜੀ ਉਹਨਾਂ ਨੇ ਸ਼ੂਦਰ ਬਣਾ ਦਿੱਤਾ। ਲੋਹੇ ਦਾ ਕੰਮ ਕਰਨ ਵਾਲਾ ਸਾਧ ਸੰਗਤ ਜੀ ਸ਼ੂਦਰ ਬਣਾ ਦਿੱਤਾ। ਕੱਪੜੇ ਦਾ ਕੰਮ ਕਰਨ ਵਾਲਾ ਉਹ ਸ਼ੂਦਰ ਬਣਾ ਦਿੱਤਾ। ਜਿੰਨੇ ਵੀ ਮਿਹਨਤ ਕਰਨ ਵਾਲੇ ਇਨਸਾਨ ਸਨ ਸਾਧ ਸੰਗਤ ਜੀ, ਸਾਰੇ ਦੇ ਸਾਰੇ ਚਲਾਕ ਲੋਕਾਂ ਨੇ ਸ਼ੂਦਰ ਬਣਾ ਦਿੱਤੇ। ਰਾਜ ਜੋ ਉਹਨਾਂ ਨੇ ਕਰਨਾ ਸੀ, ਕਿਉਂਕਿ ਉਸ ਸਮੇਂ ਕੋਈ ਇਹ ਵੱਡੀ ਵੱਡੀ ਫੈਕਟਰੀਆਂ, ਕੰਪਨੀਆਂ ਨਹੀਂ ਜੀ ਹੁੰਦੀਆਂ ਸਨ, ਇਹੀ ਕੰਮਕਾਰ ਹੁੰਦਾ ਸੀ। ਤੇ ਚਲਾਕ ਲੋਕਾਂ ਨੇ ਜਿੰਨਾ ਵੀ ਕਿਰਤੀ ਵਰਗ ਸੀ, ਮਿਹਨਤ ਕਰਨ ਵਾਲਾ ਵਰਗ, ਉਸ ਨੂੰ ਸ਼ੂਦਰ ਬਣਾ ਦਿੱਤਾ। ਤੇ ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਅਵਤਾਰ ਧਾਰਿਆ, ਇਸ ਧਰਤੀ ਤੇ ਆਏ, ਤਾਂ ਸਾਧ ਸੰਗਤ ਜੀ ਜਦੋਂ ਸਤਿਗੁਰਾਂ ਨੇ ਦੇਖਿਆ ਵੀ ਭਾਈ ਇੱਥੇ ਭਾਰਤ ਦੇ ਵਿੱਚ ਜਾਤ ਦਾ ਬੋਲਬਾਲਾ ਆ, ਕੋਈ ਆਪਣੇ ਆਪ ਨੂੰ ਵੱਡਾ ਸਮਝਦਾ, ਦੂਸਰਿਆਂ ਨੂੰ ਨੀਵਾਂ ਸਮਝਦਾ, ਤੇ ਲੋਕਾਂ ਨੇ ਵੀ ਮੰਨ ਲਿਆ ਕਿ ਭਾਈ ਅਸੀਂ ਨੀਵੀਂ ਜਾਤ ਦੇ ਹਾਂ। ਉਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਬਿਗਲ ਵਜਾਇਆ ਕਿ ਭਾਈ ਏਕੇ ਮਾਟੀ ਕੇ ਸਭ ਭਾਂਡੇ, ਏਕੋ ਸਿਰਜਣਹਾਰਾ, ਰਵਿਦਾਸ ਵਿਆਪੈ ਏਕੋ ਕਟ, ਪੀਤਰ ਏਕੈ ਕੜੈ ਕੁਮਾਰਾ। ਕਿ ਭਾਈ ਸਭ ਦਾ ਰਚਨਹਾਰ ਇੱਕ ਹੈ। ਉਸਨੇ ਬਣਾਉਣ ਲੱਗੇ ਭੇਦਭਾਵ ਨਹੀਂ ਜੀ ਕੀਤਾ। ਇੱਥੇ ਨਾ ਕੋਈ ਵੱਡਾ ਆ, ਨਾ ਕੋਈ ਛੋਟਾ। ਸਾਧ ਸੰਗਤ ਜੀ, ਰਵਿਦਾਸ ਉਪਜੈ ਇੱਕ ਬੂੰਦ ਤੇ, ਕਾ ਬਾਮਣ ਕਾ ਸੂਦ, ਮੂਰਖ ਜਨ ਨ ਜਾਣਈ, ਸਭ ਮੈਂ ਰਾਮ ਮੌਜੂਦ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਸੰਸਾਰ ਦੇ ਸਾਰੇ ਜੀਵਾਂ ਦੇ ਵਿੱਚ ਪਰਮਾਤਮਾ ਬੈਠਾ ਆ, ਤੇ ਸਾਰੇ ਜੀਵ ਇੱਕ ਬੂੰਦ ਤੋਂ ਪੈਦਾ ਹੋਏ ਨੇ, ਭਾਵੇਂ ਉਹ ਬ੍ਰਾਹਮਣ ਹੋਵੇ, ਸ਼ੂਦਰ ਹੋਵੇ। ਤੇ ਸਾਧ ਸੰਗਤ ਜੀ, ਮੂਰਖ ਜਨ ਨਾ ਜਾਣਈ, ਸਭ ਮੈਂ ਰਾਮ ਮੌਜੂਦ। ਜਿਹੜੇ ਕਹਿੰਦੇ ਨੇ ਨਾ ਕਿ ਪ੍ਰਮਾਤਮਾ ਤੇ ਜੋ ਅਧਿਕਾਰ ਆ ਉਹ ਕਿਸੇ ਇੱਕ ਵਰਗ ਦਾ ਆ, ਬਹੁਤਾ ਸਮਾਂ ਸਾਧ ਸੰਗਤ ਜੀ ਇਹ ਅਵਸਥਾ ਰਹੀ ਹੈ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਨੂੰ ਮੂਰਖ ਦੱਸਦੇ ਨੇ। ਮੂਰਖ ਜਨ ਨਾ ਜਾਣਈ, ਸਭ ਮੈਂ ਰਾਮ ਮੌਜੂਦ। ਕਿ ਭਾਈ ਮੂਰਖ ਨੇ ਉਹ ਲੋਕ ਜਿਹੜੇ ਇਹ ਕਹਿੰਦੇ ਨੇ ਕਿ ਭਾਈ ਇਸ ਵਰਗ ਦੇ ਕੋਲੇ ਪ੍ਰਮਾਤਮਾ ਦਾ ਨਾਮ ਜਪਣ ਦਾ ਅਧਿਕਾਰ ਨਹੀਂ ਹੈ। ਪ੍ਰਮਾਤਮਾ ਤਾਂ ਹਰ ਕਿਸੇ ਦਾ ਹੈ। ਆਪਨ ਬਾਪੇ ਨਹੀਂ ਕਿਸੇ ਕੋ, ਪ੍ਰਮਾਤਮਾ ਕਿਸੇ ਬਾਪ ਦੀ ਮਲਕੀਅਤ ਨਹੀਂ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਪ੍ਰਮਾਤਮਾ ਤਾਂ ਹਰ ਜੀਵ ਦੇ ਵਿੱਚ ਬੈਠਾ ਆ। ਸਭ ਮੇਂ ਹਰ ਹੈ, ਹਰ ਮੇਂ ਸਭ ਹੈ, ਹਰ ਆਪਣੋ ਜਿਨ ਜਾਨਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਰਵਿਦਾਸ ਏਕ ਹੀ ਬੂੰਦ ਸੋ, ਸਭ ਹੀ ਭਇਓ ਵਿਥਾਰ। ਮੂਰਖ ਹੈ ਜੋ ਕਰਤ ਹੈ, ਵਰਨ ਅਵਰਨ ਵਿਚਾਰ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਇੱਕ ਹੀ ਬ੍ਰਹਮ ਬੂੰਦ ਤੋਂ ਸਾਰੇ ਜੋ ਸੰਸਾਰ ਦੀ ਰਚਨਾ ਹੋਈ ਹੈ, ਸਾਰਾ ਬ੍ਰਹਿਮੰਡ ਉਸ ਪਰਮਾਤਮਾ ਦੇ ਵਿਸਥਾਰ ਹੈ।
ਇਸ ਲਈ ਸੰਸਾਰ ਦੇ ਸਭ ਜੀਵ ਬਰਾਬਰ ਨੇ ਸਾਧ ਸੰਗਤ ਜੀ, ਤੇ ਮੂਰਖ ਨੇ ਜਿਹੜੇ ਵਰਨ ਬ੍ਰਾਹਮਣ ਵੈਸ਼ ਸ਼ੂਦਰ ਖੱਤਰੀ ਦੇ ਵਿੱਚ ਵਿਸ਼ਵਾਸ ਕਰਦੇ ਨੇ। ਕੋਈ ਕਿਸੇ ਨੂੰ ਡੋਮ ਚੰਡਾਰ ਮਲੇਸ਼ ਆਦਿ ਭਾਵ ਉੱਚ ਨੀਚ ਨਾਲ ਦੇਖਦਾ ਆ। ਰਵਿਦਾਸ ਏਕ ਹੀ ਬੂੰਦ ਸੋ ਸਭ ਹੀ ਪਇਓ ਵਿਸਤਾਰ, ਮੂਰਖ ਹੈ ਜੋ ਕਰਨ ਹੈ ਵਰਨ ਵਰਨ ਵਿਚਾਰ। ਕਿ ਭਾਈ ਮੂਰਖ ਨੇ ਜੋ ਆਪਣੇ ਆਪ ਨੂੰ ਵੱਡਾ ਸਮਝਦੇ ਨੇ, ਤੇ ਉਹ ਵੀ ਮੂਰਖ ਨੇ ਜੋ ਆਪਣੇ ਆਪ ਨੂੰ ਛੋਟਾ ਸਮਝਦੇ ਨੇ। ਸਾਧ ਸੰਗਤ ਜੀ, ਇਸ ਸੰਸਾਰ ਦੇ ਵਿੱਚ ਨਾ ਕੋਈ ਵੱਡਾ ਆ ਨਾ ਕੋਈ ਛੋਟਾ ਹੈ। ਜਾਤ ਪਾਤ ਕਰਕੇ ਕੋਈ ਵੱਡਾ ਛੋਟਾ ਨਹੀਂ ਜਿਉਂਦਾ। ਜੇ ਵੱਡਾ ਛੋਟਾ ਹੈ ਤਾਂ ਸਾਧ ਸੰਗਤ ਜੀ ਉਹ ਹੈ ਕਰਮਾਂ ਕਰਕੇ। ਭਾਈ ਜੋ ਚੰਗੇ ਕਰਮ ਕਰਦੇ ਨੇ, ਜੋ ਸੱਚ ਦੇ ਮਾਰਗ ਤੇ ਚੱਲਦੇ ਨੇ, ਉਹ ਵੱਡੇ ਨੇ ਸਾਧ ਸੰਗਤ ਜੀ, ਉਹ ਮਹਾਨ ਨੇ। ਤੇ ਜੋ ਮਾੜੇ ਕਰਮ ਕਰਦੇ ਨੇ ਸਾਧ ਸੰਗਤ ਜੀ, ਅਸੀਂ ਉਹਨਾਂ ਨਾਲ ਨਫ਼ਰਤ ਨਹੀਂ ਜੀ ਕਰਨੀ। ਸਾਨੂੰ ਗੁਰਾਂ ਨੇ ਇਹ ਨਹੀਂ ਜੀ ਸਿਖਾਇਆ। ਅਸੀਂ ਉਹਨਾਂ ਲਈ ਵੀ ਦੁਆ ਕਰਨੀ ਹੈ ਕਿ ਭਾਈ ਇਹ ਵੀ ਸੱਚ ਦੇ ਮਾਰਗ ਤੇ ਆ ਜਾਣ। ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਵਿੱਚ ਫਸੇ ਹੋਏ ਲੋਕਾਂ ਨੂੰ ਦੇਖ ਕੇ ਅਸੀਂ ਹੱਸਣਾ ਨਹੀਂ ਹੈ। ਨਸ਼ੇ ਕਰਨ ਵਾਲੇ ਪਾਪਾਂ ਦੇ ਵਿੱਚ ਫਸੇ ਲੋਕਾਂ ਨਾਲ ਅਸੀਂ ਨਫ਼ਰਤ ਨਹੀਂ ਜੇ ਕਰਨੀ। ਉਹਨਾਂ ਲਈ ਵੀ ਅਸੀਂ ਰਸਤਾ ਦਿਖਾਣਾ, ਉਹਨਾਂ ਨੂੰ ਵੀ ਅਸੀਂ ਉਹਨਾਂ ਨੂੰ ਵੀ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕਰਨੀ ਹੈ। ਉਹਨਾਂ ਲਈ ਵੀ ਪ੍ਰਮਾਤਮਾ ਅੱਗੇ ਬੇਨਤੀ ਕਰਨੀ ਹੈ ਕਿ ਪ੍ਰਮਾਤਮਾ ਜੀ ਇਹਨਾਂ ਨੂੰ ਵੀ ਸਤ ਬੁੱਧੀ ਦੇ, ਇਹ ਵੀ ਸੱਚ ਦੇ ਮਾਰਗ ਤੇ ਆਉਣ। ਜਾ ਦੇਖਿਆ ਗਿਨ ਉਪਜੈ ਨਰਕ ਕੁੰਡ ਮੈਂ ਬਾਸ, ਪ੍ਰਭ ਭਗਤੀ ਸੋ ਉਦਰੇ ਪ੍ਰਗਟਤ ਜਨ ਰਵਿਦਾਸ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜਿਸ ਜੀਵ ਦੇ ਖੋਟੇ ਕਰਮਾਂ ਨੂੰ ਦੇਖਣ ਨਾਲ ਹੀ ਨਫ਼ਰਤ ਪੈਦਾ ਹੁੰਦੀ ਹੈ, ਐਸੇ ਜੀਵ ਦਾ ਜੋ ਨਰਕ ਕੁੰਡ ਦੇ ਵਿੱਚ ਨਿਵਾਸ ਹੁੰਦਾ ਹੈ। ਪਰ ਭਾਈ ਪ੍ਰਮਾਤਮਾ ਦੀ ਪ੍ਰੇਮ ਭਗਤੀ ਕਰਨ ਵਾਲੇ ਜਿੰਨੇ ਵੀ ਸਾਡੇ ਪਿਛਲੇ ਕਰਮ ਨੇ ਸਾਧ ਸੰਗਤ ਜੀ, ਮਾੜੇ ਕਰਮ ਨੇ, ਉਹਨਾਂ ਦਾ ਨਾਸ਼ ਹੁੰਦਾ ਹੈ ਜਦੋਂ ਅਸੀਂ ਸੱਚ ਦੇ ਮਾਰਗ ਤੇ ਚੱਲਦੇ ਹਾਂ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈਓ ਪ੍ਰਭੂ ਪ੍ਰੇਮੀ ਸੰਸਾਰ ਵਿੱਚ ਉਜਾਗਰ ਵੀ ਹੋ ਜਾਂਦੇ ਨੇ, ਜੋ ਆਪਣਾ ਪਾਸਟ ਭੁਲਾ ਕੇ ਪਿਛਲੇ ਕਰਮਾਂ ਨੂੰ ਛੱਡ ਕੇ ਅੱਜ ਸੱਚ ਦੇ ਮਾਰਗ ਤੇ ਚੱਲਦੇ ਨੇ। ਜੋ ਪੇ ਹਮਨਾ ਪਾਪ ਕਰੰਤਾ ਇਹ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਕਿ ਹੇ ਪ੍ਰਮਾਤਮਾ ਜੀ, ਜੇਕਰ ਅਸੀਂ ਪਾਪ ਨਾ ਕਰਦੇ, ਆਪ ਨੂੰ ਪਾਪੀਆਂ ਨੂੰ ਤਾਰਨ ਵਾਲਾ ਕੌਣ ਕਹਿੰਦਾ। ਸਾਧ ਸੰਗਤ ਜੀ, ਗੁਰਬਾਣੀ ਦਾ ਫਰਮਾਨ ਹੈ, ਸਤਿਗੁਰਾਂ ਦਾ ਫਰਮਾਨ ਹੈ ਕਿ ਭਾਈ ਪਾਸਟ ਦੇ ਵਿੱਚ ਪਿਛਲੇ ਸਮੇਂ ਤੁਸੀਂ ਕੋਈ ਮਾੜਾ ਕਰਮ ਕਰ ਬੈਠੇ, ਪਰ ਜੇਕਰ ਤੁਹਾਡੇ ਅੱਜ ਮਨ ਦੇ ਵਿੱਚ ਪਛਤਾਵਾ ਹੈ, ਸੱਚਾ ਪਛਤਾਵਾ, ਚਲਾਕੀ ਵਾਲਾ ਨਹੀਂ, ਤਾਂ ਉਹ ਪਰਮਪਿਤਾ ਪ੍ਰਮਾਤਮਾ ਵੱਡੇ ਵੱਡੇ ਪਾਪੀਆਂ ਨੂੰ ਵੀ ਤਾਰ ਦਿੰਦਾ ਹੈ। ਪਰ ਸਾਧ ਸੰਗਤ ਜੀ, ਪਛਤਾਵਾ ਹੋਵੇ ਸੱਚੇ ਮਨ ਦਾ ਕਿ ਮੇਰੇ ਤੋਂ ਗਲਤੀ ਹੋਈ, ਅੱਜ ਤੋਂ ਬਾਅਦ ਮੈਂ ਗਲਤੀ ਕਦੇ ਨਹੀਂ ਕਰਦਾ, ਅੱਜ ਤੋਂ ਬਾਅਦ ਮੈਂ ਸੱਚ ਦੇ ਮਾਰਗ ਤੇ ਚੱਲਾਂਗਾ, ਅੱਜ ਤੋਂ ਬਾਅਦ ਮੈਂ ਕੋਈ ਵੀ ਮਾੜਾ ਕੰਮ ਨਹੀਂ ਜੇ ਕਰਦਾ। ਤਾਂ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈਓ ਪਰਮਪਿਤਾ ਪ੍ਰਮਾਤਮਾ ਦਾ ਜੋ ਦਿਲ ਆ ਉਹ ਕਰੋੜਾਂ ਮਾਵਾਂ ਵਰਗਾ ਹੈ। ਜਿਵੇਂ ਇੱਕ ਮਾਂ ਦਾ ਦਿਲ ਕਿੰਨਾ ਮਾਸੂਮ ਹੁੰਦਾ ਹੈ ਸਾਧ ਸੰਗਤ ਜੀ, ਕਿੰਨਾ ਨਰਮ ਹੁੰਦਾ ਆ, ਉਹ ਆਪਣੇ ਬੱਚੇ ਲਈ ਕਿੰਨਾ ਕੁਛ ਕਰਦੀ ਹੈ। ਸਮਾਜ ਭਾਵੇਂ ਉਸਦੇ ਬੱਚੇ ਨੂੰ ਨਫ਼ਰਤ ਕਰੇ, ਬੱਚਾ ਕਿੰਨਾ ਹੀ ਲਿਬੜਿਆ ਹੋਵੇ ਸਾਧ ਸੰਗਤ ਜੀ, ਮਾਂ ਗੱਲ ਨਾਲ ਲਾਉਂਦੀ ਹੈ। ਸਮਾਜ ਉਸਦੀ ਬੱਚੇ ਦੇ ਕੱਪੜੇ ਦੇਖ ਕੇ ਉਸਨੂੰ ਗੰਦਾ ਦੇਖ ਕੇ ਦੂਰ ਭੱਜਣਗੇ, ਪਰ ਮਾਂ ਉਸਨੂੰ ਗਲਵੱਕੜੀ ਵਿੱਚ ਲੈਂਦੀ ਹੈ। ਜੇਕਰ ਕੋਈ ਮਾੜੇ ਕਰਮ ਕਰਨ ਵਾਲਾ ਜੀਵ ਹੈ ਤਾਂ ਸੰਸਾਰ ਉਸਨੂੰ ਤਾਨੇ ਮੇਣੇ ਦਿੰਦਾ ਆ, ਪਰ ਮਾਂ ਦੇ ਦਿਲ ਦੇ ਵਿੱਚ ਹਮੇਸ਼ਾ ਇੱਕ ਉਮੀਦ ਹੁੰਦੀ ਹੈ ਕਿ ਮੇਰਾ ਬੇਟਾ, ਮੇਰਾ ਬੱਚਾ, ਮੇਰਾ ਪੁੱਤ, ਮੇਰੀ ਧੀ ਅੱਜ ਵੀ ਅੱਗੇ ਵਧੇਗੀ। ਇਹ ਅੱਜ ਨਹੀਂ ਤੇ ਕੱਲ ਸੰਸਾਰ ਦੇ ਵਿੱਚ ਉਜਾਗਰ ਹੋਵੇਗੀ, ਮਾੜੇ ਕਰਮਾਂ ਨੂੰ ਛੱਡ ਕੇ ਚੰਗੇ ਕਰਮ ਕਰੇਗਾ ਮੇਰਾ ਪੁੱਤ। ਮਾਂ ਦੇ ਦਿਲ ਦੇ ਵਿੱਚ ਹਮੇਸ਼ਾ ਹੀ ਸਾਧ ਸੰਗਤ ਜੀ ਇੱਕ ਉਮੀਦ ਹੁੰਦੀ ਹੈ ਕਿ ਮੇਰਾ ਜੋ ਪੁੱਤ ਹੈ, ਮੇਰੇ ਜੋ ਬੱਚੇ ਨੇ ਅੱਜ ਮਾੜੇ ਕਰਮ ਕਰ ਰਹੇ ਨੇ, ਕੱਲ ਨੂੰ ਪ੍ਰਮਾਤਮਾ ਦੀ ਕਿਰਪਾ ਹੋਵੇਗੀ। ਤੇ ਸਾਧ ਸੰਗਤ ਜੀ, ਜਦੋਂ ਇੱਕ ਮਾਂ ਦਾ ਦਿਲ ਇੰਨਾ ਨਰਮ ਹੈ ਤਾਂ ਪਰਮਪਿਤਾ ਪ੍ਰਮਾਤਮਾ ਦਾ ਜੋ ਦਿਲ ਆ ਉਹ ਤਾਂ ਕਰੋੜਾਂ ਮਾਵਾਂ ਵਰਗਾ ਆ। ਇਸ ਲਈ ਜੋ ਵੀ ਸੱਚੇ ਮਨ ਦੇ ਨਾਲ ਪਛਤਾਵਾ ਕਰਕੇ ਸਤਿਗੁਰਾਂ ਦੇ ਦਰਬਾਰ 'ਚ ਆਉਂਦਾ ਆ, ਪ੍ਰਮਾਤਮਾ ਦੇ ਦਰਬਾਰ 'ਚ, ਉਹ ਨਿਵਾਜ ਦਿੰਦਾ ਸਾਧ ਸੰਗਤ ਜੀ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਤਰੇ। ਪਰ ਦੁਆ ਹੋਵੇ ਸੱਚੇ ਮਨ ਦੇ ਨਾਲ, ਪਛਤਾਵਾ ਹੋਵੇ ਸੱਚੇ ਮਨ ਦਾ ਸਾਧ ਸੰਗਤ ਜੀ। ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਹੀਏ ਸਤ ਪਾਖੈ ਰਵਿਦਾਸ। ਤੇ ਸਾਧ ਸੰਗਤ ਜੀ, ਸਾਨੂੰ ਸਤਿਗੁਰਾਂ ਨੇ ਇਹੀ ਸਮਝਾਇਆ ਕਿ ਭਾਈ ਇਹ ਜੋ ਜੀਵਨ ਮਿਲਿਆ ਆ, ਵਟ ਕਰਮਾਂ ਨਾਲ ਸਾਨੂੰ ਇਹ ਪਰਮਪਿਤਾ ਪ੍ਰਮਾਤਮਾ ਨੇ ਸਰੀਰ ਬਖਸ਼ਿਆ। ਇਸ ਸਰੀਰ ਨੂੰ ਦੇਵੀ ਦੇਵਤਾ ਵੀ ਤਰਸਦੇ ਨੇ। ਤੇ ਜਦੋਂ ਅਸੀਂ ਆਪਣੇ ਅੰਦਰ ਬੈਠੇ ਹੀਰੇ ਵਰਗੇ ਪ੍ਰਮਾਤਮਾ ਨੂੰ ਛੱਡ ਕੇ ਇੱਧਰ ਉੱਧਰ ਭਟਕਦੇ ਨਾ ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਉਂਦੇ ਭਾਈ ਨਰਕਾਂ ਦੇ ਭਾਗੀ ਬਣਦੇ ਨੇ।
रविदास एकੈ ब्रह्म का होय रहो सगल पसार। एकੈ माटी सब कट सिरजै एकੈ सबको सिरजनहार। एक जोत ते जो सब उपजै तो ऊंच नीच किस मान। रविदास नाम कत धरे को ਨਾਦ ਬਿੰਦ ਹੈ ਸਮਾਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਪ੍ਰਭੂ ਦੀ ਇੱਕ ਜੋਤ ਸਾਰੇ ਸੰਸਾਰ ਦੇ ਜੀਵਾਂ ਵਿੱਚ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੇ ਭਾਈ ਜੀਵ ਨੂੰ ਉੱਚਾ ਨੀਚਾ ਫਿਰ ਕਿਉਂ ਸਮਝੀਏ, ਜਿਸ ਹਰ ਜੀਵ ਦੇ ਵਿੱਚ ਪ੍ਰਮਾਤਮਾ ਬੈਠਾ ਆ। ਤੇ ਸਾਧ ਸੰਗਤ ਜੀ, ਜੋ ਫਿਰ ਜੀਵਾਂ ਨੂੰ ਵੱਡਾ ਛੋਟਾ ਸਮਝਦਾ ਹੈ, ਐਸਾ ਇਨਸਾਨ ਜੋ ਮੂਰਖਤਾ ਕਰਦਾ ਹੈ, ਉਸ ਨੂੰ ਪ੍ਰਮਾਤਮਾ ਦੀ ਜੋ ਦੁਨੀਆ ਹੈ ਉਸ ਦਾ ਭੇਦ ਨਹੀਂ ਹੈ। ਤੇ ਜੀਵਾਂ ਨੂੰ ਉੱਚਾ ਨੀਚਾ ਸਮਝ ਕੇ ਅਸੀਂ ਕਿਉਂ ਪਾਪ ਕਰਨਾ ਆ? ਕਿਉਂਕਿ ਸਾਰੇ ਜੀਵ ਸਾਧ ਸੰਗਤ ਜੀ ਨਾਦ ਅਤੇ ਬਿੰਦ ਤੋਂ ਪੈਦਾ ਹੋਏ ਨੇ, ਇੱਕ ਸਮਾਨ ਨੇ। ਰਵਿਦਾਸ ਏਕੈ ਬ੍ਰਹਮ ਕਾ ਹੋਏ ਰਹਿਓ ਸਗਲ ਪਸਾਰ। ਏਕੈ ਮਾਟੀ ਸਭ ਕਟ ਸਿਰਜੈ ਏਕੈ ਸਭ ਨੂੰ ਸਿਰਜਨਹਾਰ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਇੱਕ ਬ੍ਰਹਮ ਦਾ ਸਾਰੇ ਸੰਸਾਰ ਦੇ ਵਿੱਚ ਵਿਸਥਾਰ ਹੋ ਰਿਹਾ ਹੈ। ਇੱਕੇ ਮਿੱਟੀ ਤੋਂ ਸਭ ਭਾਂਡੇ ਬਣੇ ਨੇ, ਭਾਵ ਸੰਸਾਰ ਦੇ ਸਾਰੇ ਜੀਵ ਪੰਜ ਤੱਤਾਂ ਤੋਂ ਬਣੇ ਨੇ। ਸਭ ਜੀਵਾਂ ਦੀ ਰਚਨਾ ਕਰਨ ਵਾਲਾ ਇੱਕ ਹੀ ਪਰਮ ਪਿਤਾ ਪ੍ਰਮਾਤਮਾ ਆ। ਰਵਿਦਾਸ ਏਕ ਹੀ ਨੂਰ ਤੇ ਜਿਵੇਂ ਉਪਜੋ ਸੰਸਾਰ। ਊਚ ਨੀਚ ਕਹਿ ਬਿਦ ਪਏ ਬਾਹਮਣ ਔਰ ਚਮਾਰ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਪ੍ਰਭੂ ਦੇ ਇੱਕ ਹੀ ਨੂਰ ਤੋਂ ਸਾਰੇ ਜੋ ਸੰਸਾਰ ਦੀ ਉਤਪਤੀ ਹੋਈ ਹੈ, ਸਾਰੇ ਜੀਵਾਂ ਵਿੱਚ ਉਸ ਪ੍ਰਮਾਤਮਾ ਦੀ ਜੋਤ ਆ। ਫਿਰ ਕਿਸ ਤਰੀਕੇ ਨਾਲ ਬ੍ਰਾਹਮਣ ਅਤੇ ਚਮਾਰ ਵਿੱਚ ਭੇਦ ਹੋ ਸਕਦਾ ਆ? ਭਾਵ ਬ੍ਰਾਹਮਣ, ਚਮਾਰ ਅਤੇ ਸੰਸਾਰ ਦੇ ਸਾਰੇ ਜੀਵ ਬਰਾਬਰ ਨੇ। ਸਾਧ ਸੰਗਤ ਜੀ, ਰਵਿਦਾਸ ਏਕ ਹੀ ਨੂਰ ਤੈ ਜਿਮ ਉਪਜੋ ਸੰਸਾਰ। ਊਚ ਨੀਚ ਕਹਿ ਬਿਦ ਪਏ ਬਾਹਮਣ ਔਰ ਚਮਾਰ। ਕਿ ਭਾਈ ਜਦੋਂ ਪ੍ਰਮਾਤਮਾ ਨੇ ਸਭ ਨੂੰ ਇੱਕ ਬਰਾਬਰ ਪੈਦਾ ਕੀਤਾ ਆ, ਫਿਰ ਬ੍ਰਾਹਮਣ ਵੱਡਾ ਕਿਵੇਂ, ਚਮਾਰ ਛੋਟਾ ਕਿਵੇਂ? ਸਾਧ ਸੰਗਤ ਜੀ, ਮੂਰਖ ਨੇ ਜੋ ਇਹਨਾਂ ਕੰਮਾਂ 'ਚ ਵਿਸ਼ਵਾਸ ਕਰਦੇ ਨੇ, ਇਹਨਾਂ ਗੱਲਾਂ 'ਚ ਵਿਸ਼ਵਾਸ ਕਰਦੇ ਨੇ। ਸਾਧ ਸੰਗਤ ਜੀ, ਨਾ ਕੋਈ ਵੱਡਾ ਆ ਨਾ ਕੋਈ ਛੋਟਾ ਹੈ। ਊਚ ਨੀਚ ਕਹਿ ਬਿਦ ਪਏ ਬਾਹਮਣ ਔਰ ਚਮਾਰ। ਕਿਉਂਕਿ ਜੋ ਜਾਤਾਂ ਪਾਤਾਂ ਨੇ ਸੰਸਾਰ ਦੇ ਚਲਾਕ ਲੋਕਾਂ ਨੇ ਆਪਣੇ ਲਈ ਬਣਾਈਆਂ ਨੇ। ਰਵਿਦਾਸ ਏਕ ਬ੍ਰਹਮ ਬੂੰਦ ਸੋ ਸਗਲ ਪਸਾਰਾ ਜਾਨ। ਸਭ ਉਪਜੋ ਇੱਕ ਬੂੰਦ ਸੋ ਸਭ ਹੀ ਏਕ ਸਮਾਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਹੇ ਜੀਵ, ਇੱਕ ਪ੍ਰਮਾਤਮਾ ਦੀ ਬੂੰਦ ਤੋਂ ਸਾਰੇ ਸੰਸਾਰ ਦਾ ਪਸਾਰਾ ਹੋਇਆ ਆ। ਤੇ ਸਭ ਜੀਵ ਉਸੇ ਬੂੰਦ ਤੋਂ ਪੈਦਾ ਹੋਏ ਨੇ, ਉਸੇ ਪ੍ਰਮਾਤਮਾ ਦੀ ਜੋਤ ਤੋਂ ਪੈਦਾ ਹੋਏ ਨੇ। ਤੇ ਸਾਰੇ ਜੀਵ ਇੱਕ ਸਮਾਨ ਨੇ। ਸਭ ਉਪਜੋ ਇੱਕ ਬੂੰਦ ਸੋ ਸਭ ਹੀ ਏਕ ਸਮਾਨ। ਬਾਹਮਣ ਔਰ ਚੰਡਾਲ ਮੈਂ ਰਵਿਦਾਸ ਨ ਅੰਤਰ ਜਾਨ। ਸਭ ਮੈਂ ਏਕ ਹੀ ਜੋਤ ਹੈ ਸਭ ਕਟ ਏਕ ਭਗਵਾਨ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਭਾਵੇਂ ਕੋਈ ਬ੍ਰਾਹਮਣ ਹੋਵੇ, ਇਹ ਜੋ ਸੰਸਾਰਿਕ ਜਾਤ ਹੈ, ਭਾਵੇਂ ਕੋਈ ਚੰਡਾਲ ਹੋਵੇ, ਸਾਨੂੰ ਫਰਕ ਨਹੀਂ ਜੇ ਜਾਣਨਾ ਚਾਹੀਦਾ। ਕਿਉਂਕਿ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਸਾਧ ਸੰਗਤ ਜੀ ਕਰਮਾਂ ਦਾ ਹਿਸਾਬ ਹੋਣਾ ਹੈ, ਜਾਤਾਂ ਪਾਤਾਂ ਦਾ ਹਿਸਾਬ ਨਹੀਂ ਜੀ ਹੋਣਾ। ਉੱਥੇ ਉਹਨਾਂ ਦਾ ਹੀ ਮਾਨ ਸਨਮਾਨ ਹੁੰਦਾ ਜੋ ਚੰਗੇ ਕਰਮ ਕਰਦੇ ਨੇ, ਜੋ ਮਨੁੱਖਤਾ ਦੀ ਸੇਵਾ ਕਰਦੇ ਨੇ, ਰੋਂਦੇ ਨੂੰ ਹਸਾਉਂਦੇ ਨੇ, ਭੁੱਖੇ ਨੂੰ ਰੋਟੀ ਖਵਾਉਂਦੇ ਨੇ, ਕਿਸੇ ਜ਼ਰੂਰਤਮੰਦ ਦੀ ਮਦਦ ਕਰਦੇ ਨੇ, ਨਸ਼ੇ ਤੋਂ ਦੂਰ ਰਹਿੰਦੇ ਨੇ, ਦਵੈਸ਼ ਤੋਂ ਦੂਰ ਰਹਿੰਦੇ ਨੇ। ਸਾਧ ਸੰਗਤ ਜੀ, ਕਿਸੇ ਪ੍ਰਕਾਰ ਦਾ ਮਨ ਦੇ ਵਿੱਚ ਹੰਕਾਰ ਨਹੀਂ ਹੈ। ਐਸੇ ਜੀਵਾਂ ਦਾ ਉਸ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਮਾਣ ਸਤਿਕਾਰ ਹੋਣਾ ਆ, ਜੋ ਸੱਚ ਦੇ ਮਾਰਗ ਤੇ ਚੱਲੇ ਨੇ, ਜਿਨ੍ਹਾਂ ਨੇ ਹਰ ਸਵਾਸ ਉਸ ਪ੍ਰਮਾਤਮਾ ਦਾ ਸਿਮਰਨ ਕੀਤਾ ਆ। ਜਾਤਾਂ ਪਾਤਾਂ ਕਰਕੇ ਸਾਧ ਸੰਗਤ ਜੀ ਉੱਤੇ ਕੁਛ ਨਹੀਂ ਜੇ ਮਿਲਣਾ ਸਾਨੂੰ। ਇੱਕ ਨਜ਼ਰ ਸੋ ਸਭ ਕੋ ਦੇਖੈ ਸ੍ਰਿਸ਼ਟੀ ਕਾ ਸਿਰਜਨਹਾਰਾ। ਸਭ ਗਟ ਵਿਆਪੈ ਅਲਖ ਨਿਰੰਜਨ ਕਹਿ ਰਵਿਦਾਸ ਚਮਾਰਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਜੀਵਾਂ ਨੂੰ ਸਮਝਾਉਂਦੇ ਨੇ ਕਿ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਸਭ ਨੂੰ ਇੱਕ ਸਮਾਨ ਦੇਖਦਾ ਹੈ। ਉਹ ਪ੍ਰਭੂ ਅਲਖ ਜੋ ਲਿਖਿਆ ਨਹੀਂ ਜਾ ਸਕਦਾ, ਨਿਰੰਜਨ ਮਾਇਆ ਤੋਂ ਰਹਿਤ ਘਟ ਘਟ ਵਿੱਚ ਵਿਆਪਕ ਹੈ।
ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਮੈਂ ਇਹ ਕਥਨ ਕਰਦਾ ਹਾਂ, ਕਹਿ ਰਵਿਦਾਸ ਚਮਾਰਾ ਸਭ ਘਟ ਵਿਆਪਕ ਅਲਖ ਨਿਰੰਜਨ, ਕਹਿ ਰਵਿਦਾਸ ਚਮਾਰਾ ਕਿ ਭਾਈ ਉਹ ਘਟ ਘਟ ਦੇ ਵਿੱਚ ਵਿਆਪਕ ਹੈ, ਉਹ ਪਰਮ ਪਿਤਾ ਪ੍ਰਮਾਤਮਾ। ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੈ ਵਿਚਾਰੀ, ਘਟ ਘਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ। ਸਤਿਗੁਰੂ ਨਾਮਦੇਵ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਹਰ ਜੀਵ ਦੇ ਵਿੱਚ ਬੈਠਾ ਆ, ਕਣ ਕਣ ਦੇ ਵਿੱਚ ਉਹ ਪ੍ਰਮਾਤਮਾ। ਸਾਧ ਸੰਗਤ ਜੀ, ਲੋੜ ਹੈ ਗੁਰੂ ਦੇ ਗਿਆਨ ਦੀ। ਜਦੋਂ ਅਸੀਂ ਗੁਰੂ ਦਾ ਦਿੱਤਾ ਹੋਇਆ ਗੁਰਮੰਤਰ ਕਮਾਉਂਦੇ ਹਾਂ, ਹੱਥਾਂ ਨਾਲ ਕਿਰਤ ਕਮਾਈਆਂ ਕਰਦੇ, ਇਮਾਨਦਾਰੀ ਦੀ ਰੋਟੀ ਕਮਾਉਂਦੇ ਹਾਂ, ਸਾਧ ਸੰਗਤ ਜੀ, ਸਾਨੂੰ ਆਪਣੇ ਅੰਦਰੋਂ ਹੀ ਉਹ ਪਰਮ ਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਏ। ਸਵਾਲ ਸਾਧ ਸੰਗਤ ਜੀ, ਅੱਜ ਦੇ ਪਾਵਨ ਤੇ ਪਵਿੱਤਰ ਸ਼ਲੋਕਾਂ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਇਹੀ ਸਮਝਾਇਆ ਕਿ ਭਾਈ ਜਾਤ ਕਰਕੇ ਕੋਈ ਵੱਡਾ ਛੋਟਾ ਨਹੀਂ ਜੀ ਹੁੰਦਾ। ਵੱਡਾ ਉਹ ਹੈ ਜੋ ਸੱਚ ਦੇ ਮਾਰਗ ਤੇ ਚੱਲਦਾ ਆ, ਤੇ ਵੱਡਾ ਉਹ ਹੈ ਸਾਧ ਸੰਗਤ ਜੀ ਜੋ ਜੀਵਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰਦਾ ਆ, ਹੱਥਾਂ ਨਾਲ ਕਿਰਤ ਕਮਾਈਆਂ ਕਰਦਾ ਆ, ਇਮਾਨਦਾਰੀ ਦੀ ਰੋਟੀ ਕਮਾਉਂਦਾ, ਆਪਣੀ ਜ਼ਿੰਮੇਵਾਰੀਆਂ ਨਿਭਾਉਂਦਾ ਆ, ਉਹ ਵੱਡਾ ਹੈ। ਇਹ ਕੋਈ ਜਾਤ ਕਰਕੇ, ਕੋਈ ਪਾਤ ਕਰਕੇ, ਕੋਈ ਧਰਮ ਕਰਕੇ ਵੱਡਾ ਛੋਟਾ ਨਹੀਂ ਜੀ ਹੁੰਦਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਆਪਣੇ ਕਰਮ ਸੁਧਾਰੋ। ਕਹਿ ਰਵਿਦਾਸ ਸਭੇ ਜਗ ਲੁੱਟਿਆ, ਹਮ ਤੋਂ ਏਕ ਰਾਮ ਕਹਿ ਛੁੱਟਿਆ। ਕਿ ਭਾਈ ਜੋ ਸਾਰਾ ਸੰਸਾਰ ਆ ਨਾ, ਉਹ ਵਿਸ਼ੇ ਵਿਕਾਰਾਂ ਦੇ ਵਿੱਚ ਫਸ ਕੇ, ਮੈਂ ਮੇਰੀ ਦੇ ਹੰਕਾਰ ਦੇ ਵਿੱਚ ਫਸ ਕੇ, ਸਾਧ ਸੰਗਤ ਜੀ ਅਡੰਬਰਾ ਪਖੰਡਾਂ ਵਿੱਚ ਫਸ ਕੇ ਲੁੱਟਿਆ ਜਾ ਰਿਹਾ ਹੈ। ਤੇ ਬਚਦਾ ਕੌਣ ਹੈ ਸਾਧ ਸੰਗਤ ਜੀ? ਜੋ ਆਪਣੇ ਅੰਦਰ ਬੈਠੇ ਸੱਚ ਨਾਲ ਜੁੜ ਜਾਂਦਾ ਹੈ। ਸੋ ਆਓ, ਜਿੰਨੇ ਵੀ ਸਾਡੇ ਰਹਿਬਰ ਹੋਏ ਨੇ ਸਾਧ ਸੰਗਤ ਜੀ, ਸਭਨਾਂ ਦਾ ਇੱਕੋ ਹੀ ਫਰਮਾਨ ਸੀ, ਭਾਈ ਸੱਚ ਦੇ ਮਾਰਗ ਤੇ ਚੱਲੋ। ਇਹ ਝੂਠ ਅਡੰਬਰ ਪਖੰਡ ਨੂੰ ਤਿਆਗੀਏ। ਬਾਬਾ ਸਾਹਿਬ ਨੇ ਵੀ ਸਾਨੂੰ ਇਹੀ ਸਮਝਾਇਆ ਸੀ, ਪੜੋ ਜੁੜੋ ਸੰਘਰਸ਼ ਕਰੋ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਸਾਨੂੰ ਇਹੀ ਸਮਝਾ ਕੇ ਗਏ ਸੀ, ਅੱਜ ਵੀ ਸਮਝਾ ਰਹੇ ਨੇ ਸਾਧ ਸੰਗਤ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਵਿੱਚ। ਪੜੋ ਸਤਸੰਗ ਮਾਧੋ ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਜਾਨ। ਕਿ ਭਾਈ ਸਿੱਖਿਆ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਹੈ। ਸਾਧ ਸੰਗਤ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਜਿਵੇਂ ਬਾਬਾ ਸਾਹਿਬ ਵੀ ਇਹੀ ਫਰਮਾ ਰਹੇ ਨੇ ਕਿ ਭਾਈ ਸਿੱਖਿਆ ਬਹੁਤ ਜ਼ਰੂਰੀ ਹੈ। ਆਪਣੇ ਬੱਚਿਆਂ ਨੂੰ ਖੂਬ ਪੜਾਓ, ਸਕੂਲਾਂ ਕਾਲਜਾਂ ਦੀ ਪੜ੍ਹਾਈ, ਤਾਂ ਜੋ ਸਮਾਜ 'ਚ ਤਰੱਕੀਆਂ ਮਾਣ ਸਕਣ, ਵੱਡੇ ਵੱਡੇ ਅਹੁਦਿਆਂ ਤੇ ਜਾ ਸਕਣ। ਜੁੜੋ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀਰਾ। ਕਿ ਭਾਈ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਹੈ। ਅਸੀਂ ਕੋਈ ਜਾਤੀ ਵਿਤਕਰੇ 'ਚ ਵਿਸ਼ਵਾਸ ਨਹੀਂ ਕਰਨਾ, ਕੋਈ ਧਾਰਮਿਕ ਵਿਤਕਰੇ 'ਚ ਵਿਸ਼ਵਾਸ ਨਹੀਂ ਕਰਨਾ। ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਸਾਧ ਸੰਗਤ ਜੀ ਸਾਡੇ ਮਨ ਦੇ ਵਿੱਚ ਨਾ ਹੋਵੇ। ਸਾਨੂੰ ਹਰ ਜੀਵ ਦੇ ਵਿੱਚ ਉਹ ਪਰਮ ਪਿਤਾ ਪ੍ਰਮਾਤਮਾ ਦਿਖਣਾ ਚਾਹੀਦਾ ਹੈ। ਹਰ ਜੀਵ ਉਹ ਪ੍ਰਮਾਤਮਾ ਦਾ ਬੱਚਾ ਹੈ। ਤੇ ਸਾਧ ਸੰਗਤ ਜੀ ਫੇਰ ਹੀ ਜੋ ਸਾਡਾ ਜੀਵਨ ਹੈ, ਜੇ ਅਸੀਂ ਰਲ ਮਿਲ ਕੇ ਰਵਾਂਗੇ ਮਧੂਮੱਖੀਆਂ ਵਾਂਗੂ, ਫੇਰ ਹੀ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਬੇਗਮਪੁਰਾ ਉਹ ਵਸਾ ਸਕਦੇ ਹਾਂ। ਜੇ ਸਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਦਵੈਸ਼ ਹੈ, ਕੋਈ ਭੇਦਭਾਵ ਹੈ, ਚਾਹੇ ਅਸੀਂ ਆਪਣੇ ਆਪ ਨੂੰ ਵੱਡਾ ਮੰਨੀਏ, ਚਾਹੇ ਅਸੀਂ ਆਪਣੇ ਆਪ ਨੂੰ ਛੋਟਾ ਸਮਝੀਏ, ਸਤਿਗੁਰੂ ਜੀ ਫਰਮਾਉਂਦੇ ਭਾਈ ਇਹ ਮੂਰਖਤਾ ਆ, ਅਸੀਂ ਸਭ ਬਰਾਬਰ ਹਾਂ। ਜੋ ਚੰਗੇ ਕਰਮ ਕਰਦੇ ਨੇ ਸਾਧ ਸੰਗਤ ਜੀ, ਉਹਨਾਂ ਦਾ ਮਾਣ ਸਤਿਕਾਰ ਕਰੀਏ। ਤੇ ਜੋ ਮਾੜੇ ਕਰਮ ਕਰਦੇ ਨੇ ਸਾਧ ਸੰਗਤ ਜੀ, ਉਹਨਾਂ ਲਈ ਵੀ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੀਏ। ਉਹਨਾਂ ਨੂੰ ਵੀ ਸਿੱਧੇ ਰਸਤੇ ਲਿਆਉਣ ਦੀ ਕੋਸ਼ਿਸ਼ ਕਰੀਏ। ਉਹਨਾਂ ਨੂੰ ਵੀ ਸਮਝਾਈਏ ਭਾਈ ਇਹ ਜੋ ਮਾਰਗ ਹੈ, ਕੋਈ ਨਸ਼ੇ ਵੇਚ ਰਿਹਾ ਸਾਧ ਸੰਗਤ ਜੀ, ਕੋਈ ਠੱਗੀਆਂ ਕਰਦਾ ਹੈ, ਕੋਈ ਨਕਲੀ ਮਿਠਾਈਆਂ ਵੇਚ ਰਿਹਾ ਆ, ਕੋਈ ਆਪਣਿਆਂ ਨੂੰ ਧੋਖਾ ਦੇ ਰਿਹਾ। ਬਹੁਤ ਤਰ੍ਹਾਂ ਦੇ ਬੇਈਮਾਨੀ ਦੇ ਕਰਮ ਨੇ ਸਾਧ ਸੰਗਤ ਜੀ। ਕੋਈ ਰਿਸ਼ਵਤ ਲੈਂਦਾ ਹੈ। ਅਸੀਂ ਐਸੇ ਜੀਵਾਂ ਨੂੰ ਵੀ ਸਿੱਧੇ ਰਾਹ ਲੈ ਕੇ ਆਈਏ, ਪ੍ਰਮਾਤਮਾ ਅੱਗੇ ਵੀ ਬੇਨਤੀ ਕਰੀਏ। ਸੰਘਰਸ਼ ਕਰੋ, ਪਰਾਧੀਨਤਾ ਪਾਪ ਹੈ, ਜਾਣ ਲਿਓ ਰੇ ਮੀਤ, ਰਵਿਦਾਸ ਦਾਸ ਪਰਾਧੀਨ ਸੋ ਕੌਣ ਕਰੈ ਹੈ ਪ੍ਰੀਤ। ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੀ ਕਰਦਾ। ਸਾਧ ਸੰਗਤ ਜੀ ਗੁਲਾਮੀ ਭਾਵੇਂ ਮਾਨਸਿਕ ਹੋਵੇ, ਸਰੀਰਕ ਹੋਵੇ, ਹਰ ਪ੍ਰਕਾਰ ਦੀ ਗੁਲਾਮੀ ਮਾੜੀ ਹੁੰਦੀ ਹੈ, ਪਾਪ ਹੈ। ਤੇ ਇਸ ਗੁਲਾਮੀ ਤੋਂ ਬਾਹਰ ਆਉਣ ਵਾਸਤੇ ਅਸੀਂ ਸੰਘਰਸ਼ ਕਰਨਾ ਆ। ਤੇ ਜਦੋਂ ਸੰਘਰਸ਼ ਕਾਮਯਾਬ ਹੋ ਗਿਆ, ਫਿਰ ਸਭ ਦਾ ਹੀ ਭਲਾ ਮੰਗਣਾ। ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੈ ਸਬਨ ਕੋ ਅਨ, ਛੋਟ ਬੜੇ ਸਭ ਸੰਬਸੈ, ਰਵਿਦਾਸ ਰਹਿ ਪ੍ਰਸੰਨ। ਪਰ ਕਾ ਬੁਰਾ ਨਾ ਰਾਖੋ ਚੇ, ਤੁਮਕੋ ਦੁੱਖ ਨਹੀਂ ਪਾਈ ਮੀਤ। ਕਿ ਭਾਈ ਕਿਸੇ ਦਾ ਬੁਰਾ ਨਾ ਜੇ ਸੋਚਿਆ ਕਰ। ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ, ਜੋ ਸਭ ਦਾ ਭਲਾ ਸੋਚਦਾ ਹੈ ਨਾ, ਪ੍ਰਮਾਤਮਾ ਸਭ ਤੋਂ ਪਹਿਲਾਂ ਉਸੇ ਦਾ ਹੀ ਭਲਾ ਕਰਦਾ। ਸੋ ਸਾਧ ਸੰਗਤ ਜੀ ਇੰਨੀਆਂ ਕੁ ਬੇਨਤੀਆਂ ਜਿਹਦੀਆਂ ਪ੍ਰਵਾਨ ਕਰਨਾ। ਪੜੋ ਜੁੜੋ ਸੰਘਰਸ਼ ਕਰੋ, ਆਪਣੇ ਬੱਚਿਆਂ ਨੂੰ ਖੂਬ ਪੜਾਓ,
ਆਪਣੀ ਜ਼ਿੰਮੇਵਾਰੀਆਂ ਨਿਭਾਓ ਸਾਧ ਸੰਗਤ ਜੀ, ਸੱਚ ਦੇ ਨਾਲ ਜੁੜ ਕੇ ਰਹੀਏ, ਸਭ ਦਾ ਭਲਾ ਮੰਗੀਏ, ਹੱਥਾਂ ਨਾਲ ਕਿਰਤ ਕਮਾਈਆਂ ਕਰਦੇ ਜੀਵਾਂ ਨਾਲ ਇਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰੀਏ, ਸੋਹੰ ਸਤਨਾਮ ਦਾ ਸਿਮਰਨ ਕਰੀਏ, ਤਾਂ ਜੋ ਸਾਰੀ ਦੁਨੀਆ ਦਾ ਜੋ ਮਾਲਕ ਹੈ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਪੂਰੇ ਵਿਸ਼ਵ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਕਈ ਥਾਵਾਂ ਤੇ ਮਨਾਇਆ ਜਾ ਚੁੱਕਿਆ ਸਾਧ ਸੰਗਤ ਜੀ। ਕੋਈ ਨਗਰ ਕੀਰਤਨ ਸਜਾ ਰਿਹਾ ਆ, ਕੋਈ ਪ੍ਰਭਾਤ ਫੇਰੀਆਂ ਕੱਢ ਰਿਹਾ ਆ, ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਜਨਮ ਦਿਵਸ ਮਨਾਉਣ ਦਾ ਸਾਨੂੰ ਉਦੋਂ ਹੀ ਫਾਇਦਾ ਆ ਜਦੋਂ ਅਸੀਂ ਉਹਨਾਂ ਦੇ ਦਿਖਾਏ ਮਾਰਗ ਤੇ ਚੱਲੀਏ, ਤਾਂ ਜੋ ਸਾਧ ਸੰਗਤ ਜੀ ਸਾਡਾ ਜੀਵਨ ਸਫਲ ਹੋਵੇ, ਸਾਡੇ ਬੱਚਿਆਂ ਦਾ, ਸਾਡੇ ਸਮਾਜ ਦਾ, ਹਰ ਜੀਵ ਦਾ ਜੋ ਜੀਵਨ ਹੈ ਉਹ ਸਫਲ ਹੋਵੇ। ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਤੋਂ ਆਪ ਬਚੀਏ, ਆਪਣੇ ਬੱਚਿਆਂ ਨੂੰ ਬਚਾਈਏ ਤੇ ਸੱਚ ਦੇ ਮਾਰਗ ਤੇ ਚੱਲੀਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ। ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा, ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੈ ਕਰੈ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਏਂਗੇ ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ 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 ਸੋਹੰ ਸਤਨਾਮ। ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ ਧੰਨ ਗੁਰਦੇਵ। ਸਤਨਾਮ 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 ਸੋਹੰ ਸਤਨਾਮ।